YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਜਦੋਂ ਇਹ ਇੱਥੇ ਫਤਿਹਗੜ੍ਹ ਸਾਹਿਬ ਖੰਨਾ ਵਗੈਰਾ ਸੀ ਤਾਂ ਮੇਰੀ ਪੋਸਟਿੰਗ DSP ਨਵਾਂ ਸ਼ਹਿਰ ਸੀ। ਮੈਂ ਆਪ SSP ਸਾਹਿਬ ਨੂੰ ਰਿਕੁਐਸਟ ਕਰਕੇ ਇਹਨਾਂ ਨੂੰ ਲਿਆਇਆ। ਮੈਂ ਕਿਹਾ ਜੀ ਮੁੰਡਾ ਬਹੁਤ ਵਧੀਆ, ਵੀ ਕਿਤੇ ਬੱਚੇ ਬਾਪ ਦੀ ਅਰਥੀ ਲੈਣ ਤੋਂ ਇਨਕਾਰ ਕਰ ਰਹੇ ਨੇ, ਕਿਤੇ ਮਾਂ ਦੇ ਅਰਥੀ ਨੂੰ ਲਾਂਬੂ ਲਾਉਣ ਤੋਂ ਇਨਕਾਰ ਕਰ ਰਹੇ ਨੇ। ਇਹ ਕੋਈ ਜਾਣਾ ਕੋਈ ਬਹਾਦਰੀ ਨਹੀਂ ਬਾਹਰ, ਇਹ ਤਾਂ ਬਿਮਾਰੀ ਨੂੰ ਆਪ ਆਪਣੇ ਘਰ ਬੁਲਾਉਣਾ। ਅਸੀਂ ਕਿੱਥੇ ਖੜੇ ਹਾਂ ਅੱਜ, ਇਹ ਕਿੱਥੇ ਗਈਆਂ ਸਾਡੀਆਂ ਕਦਰਾਂ ਕੀਮਤਾਂ। ਸੋ ਇਹ ਮਨ ਬੜਾ ਦੁਖੀ ਹੁੰਦਾ। ਨਾ ਮੈਂ ਕੋਈ ਸ਼ਾਇਰ ਵੀ ਯਾਰੋ, ਨਾ ਮੈਂ ਗਜ਼ਲਾਂ ਲਿਖਦਾ, ਮੈਂ ਤਾਂ ਯਾਰੋ ਉਹੀਓ ਲਿਖਦਾ ਜੋ ਮੈਨੂੰ ਹੈ ਦਿਸਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਅਸੀਂ ਫਸੇ ਹੋਏ ਹਾਂ, ਅਸੀਂ ਸਾਰੇ ਜਾਣਦੇ ਹਾਂ। ਅਸੀਂ ਇੱਕ ਪੈਂਡੈਮਿਕ ਦੇ ਦੌਰ 'ਚ ਲੱਗ ਰਹੇ ਹਾਂ, ਇਹ ਅਸੀਂ ਸਾਰੇ ਜਾਣਦੇ। ਪਰ ਲਗਾਤਾਰ ਇੱਕ ਚੀਜ਼ ਜਿਹੜੀ ਹੈ ਉਹ ਸਾਡੇ ਸਭ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਤੰਗ ਕਰ ਰਹੀ ਹੈ। ਉਹ ਇਹ ਹੈ ਕਿ ਜਦ ਇਹ ਸਭ ਕੁਝ ਸਹੀ ਹੋ ਜਾਏਗਾ, ਜਦ ਕਰੋਨਾ ਵਾਇਰਸ ਨਹੀਂ ਰਹੇਗਾ, ਜਦ ਆਮ ਜਨ ਜੀਵਨ ਜਿਹੜਾ ਹੈ ਉਹ ਚਾਲੂ ਹੋ ਜਾਏਗਾ, ਅਜਿਹੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਖੁਦ ਨਾਲ ਅੱਖਾਂ ਨਹੀਂ ਮਿਲਾ ਸਕਾਂਗੇ। ਅਸੀਂ ਖੁਦ ਨੂੰ ਇਨਸਾਨੀਅਤ ਤੋਂ ਡਿੱਗਿਆ ਹੋਇਆ ਮਹਿਸੂਸ ਕਰਾਂਗੇ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ, ਭਾਵੇਂ ਉਹ ਦਾਹ ਸੰਸਕਾਰ ਨਾ ਕਰਨ ਦੇਣਾ ਹੋਵੇ ਜਾਂ ਖੁਦ ਦੇ ਜਿਹੜੇ ਆਪ ਦੇ ਜੀ ਹੋਣ, ਉਹਨਾਂ ਦੀਆਂ ਦੇਹਾਂ ਨੂੰ ਅਸੀਂ ਲੈਂਦੇ ਨਹੀਂ, ਕੋਲ ਨਹੀਂ ਆਉਣ ਦਿੰਦੇ, ਉਸ ਨੂੰ ਬਿਲਕੁਲ ਅਸੀਂ ਲਾਵਾਰਿਸ ਛੱਡ ਦਿੰਦੇ ਹਾਂ। ਬਹੁਤ ਸਾਰੇ ਅਜਿਹੇ ਮਾਮਲੇ ਨੇ ਜਿਹੜੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਨੇ ਤੇ ਇਸ ਪੂਰੇ ਦੇ ਪੂਰੇ ਪੈਂਡੈਮਿਕ ਦੇ ਵਿੱਚ ਸਾਡੇ ਵੀ ਅਸਲੀ ਚਿਹਰੇ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ। ਸਾਡੀ ਗੱਲ ਹੋ ਰਹੀ ਸੀਗੀ ਜਿਹੜੀ ਪਰਸਨੈਲਿਟੀ ਨਾਲ ਤੁਹਾਡੀ ਅੱਜ ਮੈਂ ਗੱਲ ਕਰਾਉਣਾ ਚਾਹ ਰਹੀ ਹਾਂ, ਉਹ ਜੋ ਨੇ ਉਹ ਅਸੀਂ ਤਾਂ ਆਪਣੇ ਵੱਲੋਂ ਇਹੀ ਕੋਸ਼ਿਸ਼ ਰੱਖੀ ਹੋਈ ਹੈ ਨਾ ਕਿ ਤੁਹਾਨੂੰ ਦੇਸ਼ ਦੀ, ਦੁਨੀਆ ਦੀ, ਪੰਜਾਬ ਦੀ ਹਰ ਥਾਂ ਤੋਂ, ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਜਿਹੜੀਆਂ ਪਰਸਨੈਲਿਟੀਜ਼ ਨੇ ਜਾਂ ਆਮ ਲੋਕ ਨੇ, ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਈਏ ਕਿ ਉਹ ਕੀ ਸੋਚਦੇ ਨੇ, ਕੀ ਫੀਲ ਕਰਦੇ ਨੇ। ਤੇ ਇਸ ਵਕਤ ਤੇ ਹੈਗੇ ਤਾਂ ਇਹ ਅਫੀਸ਼ੀਅਲ ਨੇ, ਰਿਟਾਇਰਡ ਨੇ, ਪਰ ਇਹਨਾਂ ਨੇ ਜੋ ਇਮੋਸ਼ਨਲ ਵੈਲਿਊ ਐਡ ਕੀਤੀ ਹੈ ਸਭ ਦੇ ਵਿੱਚ, ਚਾਹੇ ਆਪਣੀ ਕਵਿਤਾ ਰਾਹੀਂ ਹੋਵੇ, ਚਾਹੇ ਆਪਣੀਆਂ ਗੱਲਾਂ ਨਾਲ ਹੋਵੇ, ਉਹ ਬਹੁਤ ਹੀ ਜ਼ਿਆਦਾ ਮਾਇਨੇ ਰੱਖਦੀ ਹੈ। ਸਤੀਸ਼ ਮਲਹੋਤਰਾ ਸਾਡੇ ਨਾਲ ਨੇ, ਰਿਟਾਇਰਡ ADCP ਪੰਜਾਬ ਪੁਲਿਸ। ਅਸੀਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਤੇ ਫਿਰ ਬਾਕੀ ਦੀਆਂ ਗੱਲਾਂ ਕਰਾਂਗੇ। ਬਹੁਤ ਬਹੁਤ ਸਵਾਗਤ। ਮਲਹੋਤਰਾ ਸਾਹਿਬ, ਇਸ ਪੂਰੇ ਦੇ ਪੂਰੇ ਦੌਰ ਦੇ ਵਿੱਚ ਇਹ ਦੌਰ ਹੀ ਲੱਗਦਾ ਹੈਗਾ, ਭਾਵੇਂ ਹੋਇਆ ਇਹਨੂੰ 2 ਮਹੀਨੇ ਵੀ ਨਹੀਂ ਹੋਏ, ਪਰ ਇੱਕ ਦੌਰ ਦੀ ਸ਼ਕਲ ਜਿਹੜੀ ਹੈ ਇਸਨੇ ਲੈ ਲਈ ਹੈਗੀ ਆ। ਮਤਲਬ ਹੁਣ ਉਹ ਗੱਲਾਂ ਯਾਦ ਕਰਦੇ ਹਾਂ ਆਪਾਂ ਕਿ ਜਦੋਂ ਸਾਰਾ ਕੁਝ ਜਿਹੜਾ ਹੈ ਨੋਰਮਲ ਹੁੰਦਾ ਸੀਗਾ, ਪਰ ਅੱਜ ਦੀ ਤਰੀਕ ਦੇ ਵਿੱਚ ਬਹੁਤ ਕੁਝ ਅਜਿਹਾ ਦੇਖ ਰਹੇ ਹਾਂ, ਬਹੁਤ ਕੁਝ ਅਜਿਹਾ ਹੋ ਰਿਹਾ ਹੈ ਜਿਹੜਾ ਕਿ ਤੰਗ ਪਰੇਸ਼ਾਨ ਕਰ ਰਿਹਾ ਹੈ। ਇਨਸਾਨੀ ਕਦਰਾਂ ਕੀਮਤਾਂ ਤੇ ਕਿਤੇ ਨਾ ਕਿਤੇ ਸਵਾਲ ਜਿਹੜੇ ਆ ਉੱਠ ਕੇ ਖੜੇ ਹੋ ਗਏ ਨੇ ਤੇ ਉਹ ਸਵਾਲ these are very loud। ਸਭ ਤੋਂ ਪਹਿਲਾਂ ਤਾਂ ਮੈਂ ਸਾਂਝਾ TV ਚੈਨਲ ਦਾ ਬਹੁਤ ਧੰਨਵਾਦ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ ਵੀ ਤੁਸੀਂ ਦੇਸ਼ ਔਰ ਦੁਨੀਆ ਦੇ ਵਿੱਚ ਸੌਖੀ ਘੜੀ ਦੇ ਵਿੱਚ ਤੁਹਾਡਾ ਚੈਨਲ ਔਰ ਤੁਹਾਡੇ ਚੈਨਲ ਦੇ ਸਾਰੇ ਪੱਤਰਕਾਰ ਜਿਹੜੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਾਨੂੰ ਸਾਰੇ ਲੋਕਾਂ ਨੂੰ ਜਿੱਥੇ ਸੁਚੇਤ ਕਰ ਰਹੇ ਹੋ, ਉੱਥੇ ਸਾਨੂੰ ਤੁਸੀਂ ਕਰੋਨਾ ਪ੍ਰਤੀ ਅਪਡੇਟ ਵੀ ਕਰ ਰਹੇ ਹੋ। ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਇਸ ਗੱਲੋਂ ਧੰਨਵਾਦ ਆ, ਕਿਉਂਕਿ ਮੈਂ ਅਕਸਰ ਸੁਣਦਾ ਤੁਸੀਂ ਹਮੇਸ਼ਾ ਦੇਸ਼ ਔਰ ਦੁਨੀਆ ਦੇ ਬਾਰੇ ਜਿਹੜਾ ਹੈ ਇਹ ਸਾਨੂੰ, ਇਹ ਜਿਹੜੀ ਕਰੋਨਾ ਦੀ ਇੱਕ ਜਿਹੜੀ ਭਿਆਨਕ ਬਿਮਾਰੀ ਜੋ ਸਾਡੇ ਦੇਸ਼ ਦੇ ਵਿੱਚ ਆਈ ਹੈ ਔਰ ਸਾਰੀ ਦੁਨੀਆ ਵਿੱਚ ਆਈ ਹੈ, ਔਰ ਜਿਹੜਾ ਤੁਸੀਂ ਦੌਰ ਦੀ ਗੱਲ ਕੀਤੀ ਹੈ, ਇਹ ਮੇਰਾ ਖਿਆਲ ਹੈ ਵੀ ਸਾਡੀ ਵੀ ਇੰਨੀ ਜ਼ਿੰਦਗੀ ਹੋ ਗਈ ਹੈ, ਇਹ ਦੌਰ ਮੈਨੂੰ ਨਹੀਂ ਲੱਗਦਾ ਕਦੇ ਕਿਸੇ ਨੇ ਐਸਾ ਦੌਰ ਦੇਖਿਆ ਹੋਵੇ। ਇਹ ਦੌਰ ਐਸਾ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜ਼ਿੰਦਗੀ ਦੇ ਜਿਹੜੇ ਮਾਇਨੇ ਨੇ, ਬੇਸਿਕ ਜੋ ਜ਼ਿੰਦਗੀ ਦੇ ਬੇਸਿਕ ਚੇਂਜਸ ਨੇ ਉਹ ਲਿਆ ਦੇਗਾ। ਲੋਕ ਜਿਹੜੇ ਆਪਣੀ ਬੇਸਿਕ ਚੀਜ਼ਾਂ ਨੇ ਇਹਦੇ ਵਿੱਚ ਬਹੁਤ ਵੱਡੀ, ਤੁਹਾਨੂੰ ਇਹ ਕਰੋਨਾ ਦੀ ਬਿਮਾਰੀ ਤੋਂ ਜਦੋਂ ਅਸੀਂ ਉਭਰਾਂਗੇ ਤਾਂ ਤੁਸੀਂ ਇਹਦੇ ਵਿੱਚ ਬੜੀ ਵੱਡੀ ਚੇਂਜ ਦੇਖੋਗੇ ਜੀ। ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਖੁਦ ਤੇ ਸਵਾਲ ਚੱਕਣ ਦਾ ਜੀ ਕਰ ਰਿਹਾ ਹੈ, ਭਾਵੇਂ ਉਹ ਪੁਲਿਸ ਮੁਲਾਜ਼ਮ ਦਾ ਹੱਥ ਵੱਢਣਾ ਹੋਵੇ, ਭਾਵੇਂ ਉਹ ਆਪਣੇ ਪਰਿਵਾਰਕ ਜੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਲੈਣਾ ਹੋਵੇ, ਐਕਸੈਪਟ ਕਰਨਾ ਹੋਵੇ, ਉਹ ਤੋਂ ਅਸੀਂ ਦਰਕਿਨਾਰ ਹੋ ਜਾਈਏ। ਮਤਲਬ ਅਸੀਂ ਇਨਸਾਨ ਦੇ ਰੂਪ ਵਿੱਚ ਇੱਕ ਸਾਡਾ ਅਜਿਹਾ ਚਿਹਰਾ ਸਾਹਮਣੇ ਆ ਰਿਹਾ ਹੈ
ਜਿਹੜਾ ਕਿ ਅੱਜ ਤੱਕ ਪਹਿਲਾਂ ਕਦੀ ਨਹੀਂ ਆਇਆ। ਮਤਲਬ ਕਿ ਇੱਕ ਅਸੀਂ ਮਾਸਕ ਤੇ ਪਾ ਰਹੇ ਹਾਂ, ਪਰ ਹੁਣ ਇਹ ਜਿਹੜਾ ਮਾਸਕ ਹੈ, ਜਿਹੜੇ ਸਾਡੇ ਮੁਖੌਟੇ ਜਿਹੜੇ ਨੇ ਸਾਰੇ ਲੈ ਰਹੇ ਨੇ, ਇਹ ਪਤਾ ਲੱਗ ਰਿਹਾ ਹੈ ਕਿ ਅਸਲ ਵਿੱਚ ਅਸੀਂ ਸਿਰਫ ਆਪ ਦੀ ਸੋਚ ਰਹੇ ਹਾਂ, ਕਿਸੇ ਹੋਰ ਬਾਰੇ ਸੋਚ ਨਹੀਂ ਰਹੇ। ਪੁਨੀਤ ਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਦੇਵਾਂ, ਮੇਰੇ ਨਾਲ ਮਨ ਦੇ ਵਿੱਚ ਬਹੁਤ ਵਲਵਲੇ ਨੇ ਐਸੇ ਦੇਵਦੂਤ। ਜਿਵੇਂ ਮੈਂ ਇਹ ਗੱਲ ਕਹਾਂ ਵੀ ਸਭ ਤੋਂ ਪਹਿਲਾਂ ਤਾਂ ਮੈਂ ਅਨਿਲ ਕੋਹਲੀ ਦੀ, ਜਿਹੜੇ ਸਾਡੇ ਏਸੀਪੀ ਸੀ, ਮੇਰੇ ਛੋਟੇ ਭਰਾਵਾਂ ਵਰਗੇ ਸੀ, ਉਹਨਾਂ ਦੀ ਜਿਹੜੀ ਸ਼ਹਾਦਤ ਹੈ ਜੀ, ਉਹਨਾਂ ਨੇ ਦਿਨ ਰਾਤ ਸਾਨੂੰ ਲੋਕਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਆਪਣੀ ਜਿਹੜੀ ਕੁਰਬਾਨੀ ਦਿੱਤੀ ਹੈ। ਔਰ ਜੇ ਮੈਂ ਇੱਥੇ ਗੱਲ ਕਰਾਂ ਗੁਰਮੇਲ ਸਿੰਘ ਕਾਨੂੰਗੋ ਜਾਂ ਹੋਰ ਬਹੁਤ ਅਫਸਰ, ਬਹੁਤ ਮੁਲਾਜ਼ਮ ਜਿਹੜੇ ਸਾਨੂੰ ਬਚਾਉਣ ਲਈ ਲੱਗੇ ਹੋਏ ਨੇ, ਅਗਰ ਮੈਂ ਇਹਨਾਂ ਨੂੰ ਦੇਵਦੂਤ ਕਹਾਂ ਜਾਂ ਦੇਵਤੇ ਕਹਾਂ, ਚਾਹੇ ਉਹ ਡਾਕਟਰ ਨੇ, ਚਾਹੇ ਨਰਸਜ਼ ਨੇ, ਚਾਹੇ ਨਗਰ ਨਿਗਮ ਦੇ ਕਰਮਚਾਰੀ ਨੇ, ਚਾਹੇ ਸਫਾਈ ਕਰਮਚਾਰੀ ਨੇ, ਚਾਹੇ ਸੈਨੀਟਾਈਜ਼ਰ ਕਰਨ ਵਾਲੇ ਨੇ, ਪੁਲਿਸ ਹੈ, ਸਾਰੀ ਦਿਨ ਰਾਤ ਉਹ ਲੱਗੀ ਹੋਈ ਹੈ ਸਿਰਫ ਇਸ ਕਰਕੇ ਵੀ ਅਸੀਂ ਬਚ ਜਾਈਏ। ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸ਼ਰਧਾ ਦੇ ਫੁੱਲ ਉਹਨਾਂ ਸਾਰਿਆਂ ਨੂੰ ਭੇਟ ਕਰਦਾ ਵੀ ਜਿਨ੍ਹਾਂ ਨੇ ਇਸ ਆਪਣੀ ਕੁਰਬਾਨੀ ਦਿੱਤੀ ਹੈ ਸਾਨੂੰ ਬਚਾਉਣ ਦੀ ਖਾਤਰ, ਸਾਡੇ ਦੇਸ਼ ਨੂੰ ਬਚਾਉਣ ਦੀ ਖਾਤਰ, ਸਾਡੇ ਪੰਜਾਬ ਨੂੰ ਬਚਾਉਣ ਦੀ ਖਾਤਰ। ਦੂਸਰੀ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਹੱਥ ਵੱਢਣ ਵਾਲੀ ਜਾਂ ਦੂਸਰੀ, ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਜਿਹੜੇ ਜਿਨ੍ਹਾਂ ਨੂੰ ਆਪਾਂ ਦੇਵਦੂਤ ਕਹਿੰਦੇ ਆ, ਤੇ ਦੂਸਰੇ ਵੀ ਨੇ ਜਿਹੜੇ ਰਾਖਸ਼ ਬੁੱਧੀ ਨੇ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆ ਰਹੀ ਵੀ ਇਹ ਲੋਕ ਜਿਹੜੇ ਲੱਗੇ ਨੇ ਤੁਹਾਡੀ ਖਾਤਰ ਲੱਗੇ, ਕੀ ਪ੍ਰਾਪਤ ਕੀਤਾ ਤੂੰ ਉਸ ਇੱਕ ਨੌਜਵਾਨ ਦਾ ਇੱਕ ਹੱਥ ਵੱਢ ਕੇ, ਕੀ ਆਪਣੇ ਆਪ ਨੂੰ ਤੂੰ ਸਮਝ ਲਿਆ। ਸੋ ਐਸੇ ਲੋਕਾਂ ਨੂੰ ਤਾਂ ਸਬਕ ਲੈਣਾ ਚਾਹੀਦਾ। ਐਸੇ ਲੋਕ ਜਿਹੜੇ ਨੇ, ਮੈਂ ਪਹਿਲਾਂ ਵੀ ਇੱਕ ਦੋ ਵਾਰੀ ਇਹ ਗੱਲ ਕਹੀ ਵੀ ਜੋ ਵੀ ਵਿਅਕਤੀ ਇਸ ਨੇਕ ਕੰਮ ਦੇ ਵਿੱਚ ਸਾਡੀ ਜਾਨ ਬਚਾਉਣ ਦੇ ਵਿੱਚ ਲੱਗੇ ਹੋਏ ਨੇ, ਔਰ ਅਗਰ ਕੋਈ ਇਹਦੇ ਵਿੱਚ ਰੁਕਾਵਟ ਪਾਉਂਦਾ ਤਾਂ ਉਹਦੇ ਨਾਲ ਉਸੇ ਤਰ੍ਹਾਂ ਟਰੀਟ ਕੀਤਾ ਜਾਵੇ ਜਿਵੇਂ ਦੁਸ਼ਮਣ ਨਾਲ ਜਦੋਂ ਸਾਡੀ ਲੜਾਈ ਹੁੰਦੀ ਹੈ, ਜਦੋਂ ਬਾਰਡਰ ਦੇ ਉੱਤੇ ਅਸੀਂ ਜਾ ਕੇ ਲੜਦੇ ਹਾਂ ਸਾਡੇ ਫੌਜੀ, ਅਗਰ ਕੋਈ ਵੀ ਵਿਅਕਤੀ ਜਿਹੜਾ ਕੋਈ ਵੀ ਦੂਸਰਾ ਸਾਡੀ ਉਸ ਲੜਾਈ ਦੇ ਵਿੱਚ ਵਿਘਨ ਪਾਵੇ ਤਾਂ ਉਹ ਵੀ ਉਸੇ ਤਰ੍ਹਾਂ ਦਾ ਹੱਕਦਾਰ ਹੁੰਦਾ, ਉਹ ਸਜ਼ਾ ਦਾ। ਸੋ ਮੈਂ ਤਾਂ ਚਾਹੁੰਦਾ ਵੀ ਇਹਨਾਂ ਨੂੰ ਜੋ ਕਰੜੀ ਤੋਂ ਕਰੜੀ ਸਜ਼ਾ ਐਸੇ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ। ਜੀ, ਤੁਸੀਂ ਜ਼ਿਕਰ ਕੀਤਾ ਸ਼ਹੀਦ ਏਸੀਪੀ ਅਨਿਲ ਕੋਹਲੀ ਦਾ, ਤੁਸੀਂ ਜ਼ਿਕਰ ਕੀਤਾ ਤੇ ਤੁਹਾਡੇ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ, ਤੁਹਾਡੇ ਅੰਡਰ ਐਸਐਚਓ ਸੀਗੇ, ਰਹੇ ਸੀਗੇ ਉਹ। ਸੋ ਤੁਸੀਂ ਕਿਹਾ ਕਿ ਤੁਸੀਂ ਜਦੋਂ ਆਫ ਦ ਰਿਕਾਰਡ ਮੇਰੇ ਨਾਲ ਗੱਲ ਕਰ ਰਹੇ ਸੀ, ਤੁਸੀਂ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਫੋਨ ਆਇਆ ਸੀ, ਉਹ ਮੇਰੇ ਘਰ ਆਉਣ ਲੱਗੇ ਸੀ। ਸੋ ਕੀ ਕੁਝ ਸੀ, ਕਿਉਂਕਿ ਅੱਜ ਦੀ ਦੇਰ ਮਤਲਬ ਹੁਣ ਇਸ ਵਕਤ ਦੇ ਵਿੱਚ ਉਹਨਾਂ ਦੀ ਗੱਲ ਸੁਣਨੀ, ਉਹਨਾਂ ਦੀ ਯਾਦਾਂ ਨੂੰ ਸਾਂਝਾ ਕਰਨਾ, ਮਤਲਬ ਇਹ ਦਿਲ ਨੂੰ ਥੋੜੀ ਜਿਹੀ ਤਸੱਲੀ ਸ਼ਾਇਦ ਦੇ ਜਾਏ, ਪਰ ਉਸ ਬਹਾਦਰ ਦਾ ਦੇਣੀਆਂ ਆਪਾਂ ਨਹੀਂ ਦੇ ਸਕਦੇ। ਪੁਨੀਤ ਜੀ ਬੜਾ ਜਾਂਬਾਜ਼, ਬੜਾ ਬਹਾਦਰ, ਔਰ ਹਰ ਇੱਕ ਦੇ ਮਨ ਨੂੰ ਮੋਹ ਲੈਣ ਵਾਲਾ ਸੀ। ਈਵਨ ਜਦੋਂ ਇਹ ਇੱਥੇ ਫਤਿਹਗੜ੍ਹ ਸਾਹਿਬ ਖੰਨਾ ਵਗੈਰਾ ਸੀ ਤਾਂ ਮੇਰੀ ਪੋਸਟਿੰਗ ਡੀਐਸਪੀ ਨਵਾਂ ਸ਼ਹਿਰ ਸੀ। ਮੈਂ ਆਪ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰਕੇ ਇਹਨਾਂ ਨੂੰ ਲਿਆਇਆ। ਮੈਂ ਕਿਹਾ ਜੀ ਮੁੰਡਾ ਬਹੁਤ ਵਧੀਆ, ਬਹੁਤ ਪਿਆਰਾ ਮੁੰਡਾ, ਇਹਨੂੰ ਇੱਥੇ ਲਾਇਆ ਜਾਵੇ, ਔਰ ਉਹਨੂੰ ਉੱਥੇ ਲਾਇਆ। ਹੁਣ ਵੀ ਮੇਰੇ ਮਾਤਾ ਜੀ ਦੀ ਡੈਥ ਹੋਈ ਸੀ ਤੇ ਆਇਆ, ਤੇ ਬਾਅਦ ਚ ਮੈਨੂੰ ਕਰੋਨਾ ਜਦੋਂ ਸ਼ੁਰੂ ਹੋਇਆ ਉਹ ਤੋਂ 2-3 ਦਿਨ ਪਹਿਲਾਂ ਮੈਨੂੰ ਫੋਨ ਆਇਆ ਵੀ ਮੈਂ ਘਰ ਆਉਣਾ, ਤੇ ਮੈਂ ਕੁਦਰਤੀ ਆਪਣੇ ਪਿੰਡ ਗਿਆ ਹੋਇਆ ਸੀ। ਮੈਂ ਕਿਹਾ ਜਿਹੜਾ ਮੈਂ ਆ ਕੇ ਤੈਨੂੰ ਨਾਲ, ਇੱਕ ਆਪਣੇ ਸਾਡੇ ਸਕੰਦ ਨੇ ਏਡੀਸੀਪੀ, ਉਹ ਵੀ ਉਹਨਾਂ ਦੇ ਨਾਲ ਸੀ, ਬਟ ਕੁਦਰਤੀ ਮੇਰੀ ਮੁਲਾਕਾਤ ਨਹੀਂ ਹੋਣੀ ਸੀ, ਨਹੀਂ ਹੋ ਸਕੀ। ਮੈਂ ਫਿਰ ਵੀ ਮਤਲਬ ਐਸੀਆਂ ਉਹਦੀਆਂ ਯਾਦਾਂ ਨੇ ਮੇਰੀਆਂ ਉਹਦੇ ਨਾਲ ਜੁੜੀਆਂ ਹੋਈਆਂ, ਚਾਹੇ ਉਹਦੀ ਤਰਨਤਾਰਨ ਪੋਸਟਿੰਗ ਸੀ, ਮੈਂ ਉੱਥੇ ਵੀ ਉਹਨੂੰ ਮਿਲਣ ਜਾਂਦਾ ਸੀ। ਕਿੰਨਾ ਪਿਆਰਾ ਸ਼ਖਸ ਹੋਏਗਾ ਵੀ ਜਿਹਨੂੰ ਅਸੀਂ ਸਪੈਸ਼ਲ, ਮੈਂ ਉਹਨੂੰ ਮਿਲਣ ਵਾਸਤੇ ਜਾਂਦਾ ਸੀ। ਕਿੰਨਾ ਉਹਦੇ ਮਨ ਦੇ ਵਿੱਚ ਲੋਕਾਂ ਦੇ ਪ੍ਰਤੀ ਬਹੁਤ ਵੱਡਾ ਦਰਦ ਸੀ ਜੀ। ਤੇ ਹੁਣ ਉਹ ਸਾਡੇ ਵਿੱਚ ਨਹੀਂ ਰਹੇ। ਸਾਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿਉਂਕਿ ਅੱਜ ਪੂਰੀ ਦੁਨੀਆ ਜਿਹੜੀ ਆ ਫਰੰਟ ਲਾਈਨਰਸ ਨੂੰ ਸਲੂਟ ਕਰ ਰਹੀ ਹੈਗੀ ਹੈ, ਚਾਹੇ ਉਹ ਹੈਲਥ ਵਰਕਰਸ ਹੈਗੇ ਨੇ, ਚਾਹੇ ਉਹ ਪੁਲਿਸ ਵਾਲੇ ਹੈਗੇ ਨੇ, ਹਰ ਤਰੀਕੇ ਨਾਲ ਉਹਨਾਂ ਨੂੰ ਸਲੂਟ ਕਰ ਰਹੀ ਹੈ। ਪਰ ਅਸੀਂ ਅਜਿਹੇ ਕੰਮ ਘੱਟ ਕਰ ਰਹੇ ਹਾਂ ਜਿਹਦੇ ਨਾਲ ਕਿ ਕੱਲ ਨੂੰ ਸਾਡੇ ਬਾਰੇ ਵੀ ਲੋਕ ਕਹਿਣ ਉਹ ਲੋਕ ਤੇ ਰੀਅਲ ਹੀਰੋਜ਼ ਨੇ ਜਿਹੜੇ ਕਿ ਘਰ ਬੈਠੇ ਹੋਏ ਨੇ, ਜਿਹੜੇ ਲੋਕਡਾਊਨ ਦਾ ਸਹੀ ਤਰੀਕੇ ਨਾਲ ਪਾਲਣ ਕਰ ਰਹੇ ਨੇ। ਪਰ ਕੁਝ ਲੋਕ ਅਜਿਹੇ ਵੀ ਨੇ, ਜਿਵੇਂ ਹੁਣ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਮ ਸੰਸਕਾਰ ਤੇ ਇੰਨਾ ਵਿਵਾਦ ਹੋਇਆ, ਜਲੰਧਰ ਵਿੱਚ ਅੰਤਮ ਸੰਸਕਾਰ ਤੇ ਇੰਨਾ ਵਿਵਾਦ ਹੋਇਆ, ਜਦਕਿ ਕਿਹਾ ਗਿਆ WHO ਵੱਲੋਂ, ਸਿਹਤ ਮੰਤਰਾਲੇ ਵੱਲੋਂ ਵੀ ਕਿ ਕਿਸੇ ਖਾਸ ਜਗ੍ਹਾ ਤੇ ਜੇ ਸੰਸਕਾਰ ਹੋ ਵੀ ਰਿਹਾ ਹੈ, ਜੇ ਪੂਰੀ ਦੀ ਪੂਰੀਆਂ ਨੋਰਮਸ ਅਪਣਾਈਆਂ ਜਾ ਰਹੀਆਂ ਨੇ, ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਪਰ ਅਸੀਂ ਅੜ ਗਏ ਕਿ ਅਸੀਂ ਸੰਸਕਾਰ ਨਹੀਂ ਹੋਣ ਦੇਣਾ। ਮਤਲਬ ਜਿਉਂਦਿਆਂ ਜੀ ਅਸੀਂ ਜਿਸ ਦੀ ਇੰਨੀ ਇੱਜ਼ਤ ਕੀਤੀ ਤੇ ਮਰਨ ਤੋਂ ਬਾਅਦ ਉਸ ਨੂੰ ਸੰਸਕਾਰ ਵੀ ਨਸੀਬ ਨਹੀਂ ਹੋਣ ਦੇ ਰਹੇ, ਅਸੀਂ ਕਿੱਥੇ ਬੈਠੇ ਹਾਂ?
ਪੁਨੀਤ ਜੀ, ਜੇ ਤੁਸੀਂ ਬਹੁਤ ਪਿੱਛੇ ਜਾਓ, ਜਿਸ ਦਿਨ ਨਿਰਮਲ ਸਿੰਘ ਜੀ ਜਿਹੜੇ ਸਰਵਉੱਚ ਸਨਮਾਨ ਪ੍ਰਾਪਤ ਨੇ ਸਾਡੇ ਦੇਸ਼ ਦਾ, ਉਹ ਰਾਗੀ ਜਿਹੜੇ 5 ਤਖਤਾਂ ਦੇ ਉੱਤੇ ਜਿਨ੍ਹਾਂ ਨੇ ਆਪਣੇ ਜਾ ਕੇ ਸੇਵਾ ਨਿਭਾਈ ਹੋਵੇ, ਜਿਸ ਦਿਨ ਉਹਨਾਂ ਨੂੰ ਇਹ ਨਹੀਂ ਕਰਨ ਦਿੱਤਾ, ਮੈਂ ਪਹਿਲਾ ਸ਼ਖਸ ਸੀ ਜਿਹਨੇ ਉਹਨਾਂ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਨ ਲਈ ਲਿਖਿਆ ਸੀ ਵੀ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਦੇ ਪੀੜ ਦੀ ਪਹਿਚਾਣ ਹੀ ਉਹਨਾਂ ਦੇ ਨਾਲ ਸੀ। ਅੱਜ ਜੇ ਉਹ ਕੁਦਰਤੀ ਬਿਮਾਰੀ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਤਾਂ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਉਹਨਾਂ ਕਦਰਾਂ ਕੀਮਤਾਂ ਨੂੰ ਭੁੱਲ ਜਾਈਏ, ਉਹਨਾਂ ਚੀਜ਼ਾਂ ਨੂੰ ਅਸੀਂ ਭੁੱਲ ਜਾਈਏ। ਸੋ ਕਿਤੇ ਨਾ ਕਿਤੇ ਦੇਖੋ, ਦੋ ਗੱਲਾਂ ਨੇ ਪੁਨੀਤ ਜੀ। ਇੱਕ ਤਾਂ ਜੋ ਅਸੀਂ ਲਾਕਡਾਊਨ ਤੋੜਦੇ ਹਾਂ, ਪਹਿਲੀ ਗੱਲ ਹੈ ਕੋਈ ਸਾਡੀ ਕੋਈ ਬਹਾਦਰੀ ਨਹੀਂ ਹੈ। ਅਸੀਂ ਬਾਹਰ ਜਾਵਾਂਗੇ ਕਿਉਂਕਿ ਇਹ ਐਸੀ ਬਿਮਾਰੀ ਹੈ ਜਿਹੜੀ ਘਰ ਦੇ ਅੰਦਰ ਨਾ ਆਪ ਨਹੀਂ ਆਉਂਦੀ। ਅਸੀਂ ਬਾਹਰ ਜਾਵਾਂਗੇ, ਮੈਂ ਤਾਂ ਇਹਨੂੰ ਫੁਕਰਾਗਿਰੀ ਕਹਾਂਗਾ, ਇਹ ਫੁਕਰਾਗਿਰੀ ਹੈ। ਬਾਹਰ ਜਾ ਕੇ ਅਸੀਂ ਕਿਸੇ ਨੂੰ ਮਿਲਾਂਗੇ ਤੇ ਉਹ ਬਿਮਾਰੀ ਅਸੀਂ ਆਪਣੇ ਘਰ ਆਪ ਲੈ ਕੇ ਆਉਂਦੇ ਹਾਂ, ਆਪਣੇ ਬੱਚਿਆਂ ਲਈ ਲੈ ਕੇ ਆਉਂਦੇ ਹਾਂ, ਆਪਣੇ ਪਰਿਵਾਰ ਲਈ ਲੈ ਕੇ ਆਉਂਦੇ ਹਾਂ, ਆਪਣੇ ਬਜ਼ੁਰਗਾਂ ਲਈ ਲੈ ਕੇ ਆਉਂਦੇ ਹਾਂ। ਸੋ ਮੇਰੀ ਇਹ ਬੇਨਤੀ ਹੈ ਸਾਡੇ ਸਾਰੇ, ਚਾਹੇ ਉਹ CM ਸਾਹਿਬ ਨੇ, ਚਾਹੇ PM ਸਾਹਿਬ ਨੇ, ਆਲ ਵੀ ਸਾਰੇ ਅਸੀਂ ਇਹ ਡੇਲੀ ਰਿਕੁਐਸਟ ਕਰਦੇ ਹਾਂ, ਪਲੀਜ਼ ਰੋਜ਼ ਆਪਣੇ ਸਪੀਕਰਾਂ ਰਾਹੀਂ ਬੇਨਤੀ ਕਰਦੀ ਹੈ ਵੀ ਤੁਸੀਂ ਨਾ ਬਾਹਰ ਨਿਕਲੋ। ਬਾਹਰ ਨਿਕਲਣਾ ਕੋਈ ਉਹਨਾਂ ਨੂੰ ਤਾਂ, ਪਰ ਅਸੀਂ ਇਸ ਗੱਲ ਨੂੰ ਮਹਿਸੂਸ ਨਹੀਂ ਕਰਦੇ। ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਅਸੀਂ ਬਾਹਰ ਜਾ ਕੇ ਉਹ ਜਿਹੜੀ ਬਿਮਾਰੀ ਹੈ, ਜਿਹੜੀ ਵੈਸੇ ਸਾਡੇ ਘਰ ਨਹੀਂ ਆ ਸਕਦੀ, ਪਰ ਅਸੀਂ ਬਾਹਰ ਜਾਵਾਂਗੇ, ਬਾਹਰੋਂ ਅਸੀਂ ਜ਼ਰੂਰ ਆਪਣੇ ਘਰ ਦੇ ਵਿੱਚ ਉਹ ਬਿਮਾਰੀ ਲੈ ਕੇ ਆਵਾਂਗੇ। ਸੋ ਮੇਰੀ ਵੀ ਇਹ ਬੇਨਤੀ ਹੈ ਸਾਰਿਆਂ ਨੂੰ, ਜਿਹੜੇ ਵੀ ਤੁਹਾਡੇ ਚੈਨਲ ਰਾਹੀਂ ਸਰੋਤੇ ਸੁਣ ਰਹੇ ਨੇ, ਇਹ ਕੋਈ ਜਾਣਾ ਕੋਈ ਬਹਾਦਰੀ ਨਹੀਂ ਬਾਹਰ, ਇਹ ਤਾਂ ਬਿਮਾਰੀ ਨੂੰ ਆਪ ਆਪਣੇ ਘਰ ਬੁਲਾਉਣਾ। ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਅਵੋਇਡ ਕਰੋ। ਜਿਸ ਤਰ੍ਹਾਂ ਸਰਕਾਰ, ਜਿਸ ਤਰ੍ਹਾਂ ਮਹਿਕਮੇ ਹੁਕਮ ਦਿੰਦੇ ਨੇ ਤਾਂ ਅਸੀਂ ਉਹਦੀ ਪਾਲਣਾ ਕਰੀਏ। ਆਪਣੇ ਘਰ ਵਿੱਚ ਰਹਾਂਗੇ ਤਾਂ ਸਾਡੇ ਬਿਮਾਰੀ ਸਾਡੇ ਨੇੜੇ ਵੀ ਨਹੀਂ ਆ ਸਕਦੀ, ਸਾਡਾ ਗੇਟ ਨਹੀਂ ਟੱਪ ਸਕਦੀ ਬਿਮਾਰੀ, ਜਿੰਨੀ ਦੇਰ ਅਸੀਂ ਗੇਟ ਦੇ ਬਾਹਰ ਜਾ ਕੇ ਉਹਨੂੰ ਲੈ ਕੇ ਨਹੀਂ ਆਉਂਦੇ। ਸੋ ਇਹ ਚੀਜ਼ਾਂ ਦਾ ਸਾਨੂੰ ਜਿਹੜਾ ਧਿਆਨ ਰੱਖਣਾ ਜੀ। ਮੈਂ ਗੱਲ ਕਰ ਰਹੀ ਸੀਗੀ, ਮੈਂ ਤੁਹਾਡੀ ਇੱਕ ਕਵਿਤਾ ਜਿਹੜੀ ਥੋੜੀ ਦੇਰ ਪਹਿਲਾਂ ਅਸੀਂ ਪੜ੍ਹ ਵੀ ਰਹੇ ਸੀਗੇ, ਤੁਸੀਂ ਬਹੁਤ ਸੱਚੀਆਂ ਗੱਲਾਂ ਲਿਖੀਆਂ, ਪਰ ਉਹ ਬਹੁਤ ਹੀ, ਜਿਹਨੂੰ ਕਹਿੰਦੇ ਆ ਕਿ ਉਸਨੇ ਇਮੋਸ਼ਨਲ ਵੈਲਿਊ ਐਡ ਕਰ ਦਿੱਤੀ। ਕਿਉਂਕਿ ਮੈਂ ਆਪਣੇ ਫਾਦਰ ਸਾਹਿਬ ਨੂੰ 1 ਸਾਲ ਪਹਿਲਾਂ ਗਵਾਇਆ। ਮੈਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਖਦੀ ਹਾਂ, ਅੱਜ ਦੀ ਤਰੀਕ ਦੇ ਵਿੱਚ ਵੀ ਹੁੰਦਾ ਹੈ ਕਿ ਜਦੋਂ ਕੋਈ ਏਦਾਂ ਕਹਿ ਦੇ ਕਿ ਕੋਈ ਇੱਕ ਇੱਛਾ ਕੀ ਹੈ, ਤੇ ਇਹੀ ਇੱਛਾ ਹੋਏਗੀ ਕਿ ਉਹਨਾਂ ਨੂੰ ਇੱਕ ਵਾਰੀ ਫੇਰ ਤੋਂ ਮਿਲਣਾ, ਉਹਨਾਂ ਦਾ ਚਿਹਰਾ ਇੱਕ ਵਾਰੀ ਫੇਰ ਤੋਂ ਦੇਖਣਾ ਹੈਗਾ। ਅਜਿਹੇ ਇਹੀ ਪਰਿਵਾਰ ਹੁੰਦਾ, ਇਹੀ ਪਰਿਵਾਰਾਂ ਦੇ ਜੀਵ ਹੁੰਦੇ ਨੇ। ਪਰ ਅੱਜ ਦੀ ਤਰੀਕ ਦੇ ਵਿੱਚ ਉਹੋ ਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੇ ਆਪਣੀ ਜੀਆਂ ਦੀਆਂ ਮ੍ਰਿਤਕ ਦੇਹਾਂ ਲੈਣ ਤੋਂ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਲੈਂਦੇ, ਇਹਦੇ ਨਾਲ ਬਿਮਾਰੀ ਜਿਹੜੀ ਹੈ ਹੋਰ ਫੈਲੇਗੀ। ਇਸ ਤੋਂ ਵੱਡੀ ਅਨਪੜ੍ਹਤਾ ਹੋਰ ਕੀ ਹੋ ਸਕਦੀ ਹੈ? ਅਨਪੜ੍ਹਤਾ ਨੂੰ ਵੀ ਜੇ ਸਾਈਡ ਤੇ ਰੱਖ ਲਈਏ, ਅਸੀਂ ਆਪਣੇ ਪਰਿਵਾਰ ਦੇ ਜੀ ਦੀ ਮ੍ਰਿਤਕ ਦੇ ਨਾਲ ਅਜਿਹਾ ਕਰ ਰਹੇ ਹਾਂ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਪੁਨੀਤ ਜੀ, ਮੈਂ ਇੱਕ ਗੱਲ ਕਹਾਂ, ਜਿਹੜੀ ਗੱਲਾਂ ਤੁਸੀਂ ਕਹੀਆਂ ਨੇ ਇਹ ਦਿਲ ਨੂੰ ਟੁੰਬਣ ਵਾਲੀਆਂ ਨੇ, ਝੰਜੋੜਦੀਆਂ ਦਿਲ ਨੂੰ। ਔਰ ਇਹ ਗੱਲਾਂ ਸੁਣ ਕੇ ਦਿਲ ਰੋਂਦਾ ਵੀ ਕਿਤੇ ਬੱਚੇ ਬਾਪ ਦੀ ਅਰਥੀ ਲੈਣ ਤੋਂ ਇਨਕਾਰ ਕਰ ਰਹੇ ਨੇ, ਕਿਤੇ ਮਾਂ ਦੇ ਅਰਥੀ ਨੂੰ ਲਾਂਬੂ ਲਾਉਣ ਤੋਂ ਇਨਕਾਰ ਕਰ ਰਹੇ ਨੇ, ਕਿਤੇ ਜਿਉਂਦੇ ਬਾਪ ਨੂੰ ਅਜੇ ਉਹਦੀ ਡੈਥ ਨਹੀਂ ਹੋਈ, ਉਹਨੂੰ ਤੁਸੀਂ ਬਾਹਰ ਸੜਕ ਦੇ ਉੱਤੇ ਛੱਡ ਕੇ ਜਾ ਰਹੇ ਹੋ। ਅਸੀਂ ਕਿੱਥੇ ਜਾ ਰਹੇ ਹਾਂ? ਅਸੀਂ ਲੋਕ ਆ ਜਿੱਥੇ ਇਸ ਧਰਤੀ ਦੇ ਉੱਤੇ ਸ਼ਰਮਣ ਪੁੱਤ ਵਰਗੇ ਪੈਦਾ ਹੋਏ, ਜਿਹੜੇ ਵਹਿੰਗੀ ਤੇ ਲੈ ਕੇ ਆਪਣੇ ਮਾਂ-ਬਾਪ ਨੂੰ ਸਾਰੇ ਤੀਰਥ ਸਥਾਨਾਂ ਤੇ ਯਾਤਰਾ ਕਰਾਉਂਦਾ ਰਿਹਾ। ਅਸੀਂ ਕਿੱਥੇ ਖੜੇ ਹਾਂ ਅੱਜ? ਇਹ ਕਿੱਥੇ ਗਈਆਂ ਸਾਡੀਆਂ ਕਦਰਾਂ ਕੀਮਤਾਂ? ਸੋ ਇਹ ਮਨ ਬੜਾ ਦੁਖੀ ਹੁੰਦਾ। ਇਸ ਤੋਂ ਪਹਿਲਾਂ ਕਿ ਮੈਂ ਆਪਣਾ ਇਹ ਦੁੱਖ ਜਿਹੜਾ ਕਵਿਤਾ ਦੇ ਰਾਹੀਂ ਮੈਂ ਜ਼ਾਹਰ ਕੀਤਾ, ਮੈਂ ਇੱਕ ਬੇਨਤੀ ਸਾਰਿਆਂ ਨੂੰ ਜ਼ਰੂਰ ਕਰਾਂਗਾ ਵੀ ਅੱਜ ਦੇਸ਼ ਨੂੰ, ਅੱਜ ਸਾਡੀ ਸਟੇਟ ਨੂੰ ਸਾਡੀ ਲੋੜ ਹੈ, ਸਾਡੀ ਮਦਦ ਦੀ ਲੋੜ ਹੈ। ਮੇਰੀ ਇਹ ਬੇਨਤੀ ਹੈ, ਚਾਹੇ ਕੋਈ 100 ਰੁਪਈਆ, ਚਾਹੇ ਕੋਈ 1000 ਰੁਪਈਆ, ਚਾਹੇ ਕੋਈ 10,000 ਰੁਪਏ, ਚਾਹੇ ਕੋਈ ਜਿੰਨੀ ਕਿਸੇ ਦੀ ਸਮਰੱਥਾ ਹੈ, ਉਹ ਚਾਹੇ PM ਕੇਅਰ ਫੰਡ ਦੇ ਵਿੱਚ, ਚਾਹੇ CM ਜਿਹੜੇ ਉਹਨਾਂ ਨੇ ਇਕਵਿਪਮੈਂਟ ਖਰੀਦਣੇ ਨੇ, ਸਾਡੇ ਲਈ ਵੈਂਟੀਲੇਟਰ ਖਰੀਦ ਰਹੇ ਨੇ, ਸਾਡੇ ਲਈ ਥਰਮਾਮੀਟਰ ਖਰੀਦ ਰਹੇ ਨੇ, ਸਾਡੇ ਲਈ ਉਹਨਾਂ ਨੇ ਡਾਕਟਰਾਂ ਨੂੰ ਤਨਖਾਹਾਂ ਦੇਣੀਆਂ। ਸੋ ਮੇਰੀ ਇਹ ਬੇਨਤੀ ਹੈ, ਮੈਂ ਏਦਾਂ ਨਹੀਂ ਬੇਨਤੀ ਕਰ ਰਿਹਾ, ਮੈਂ ਮਾਰਚ ਮਹੀਨੇ 'ਚ ਜਿਹੜੀ ਮੈਨੂੰ ਪੁਨੀਤ ਜੀ ਮੈਨੂੰ ਪੈਨਸ਼ਨ ਜਿਹੜੀ ਮਿਲੀ ਸੀ, ਜਿੰਨੀ ਪੈਨਸ਼ਨ ਸੀ ਮੈਨੂੰ ਯਾਦ ਨਹੀਂ, ਮੈਂ ਉਹਨੇ ਦਾ ਚੈੱਕ ਕੱਟ ਕੇ ਉਸੇ ਟਾਈਮ ਮੈਂ ਉਸ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿੱਤਾ। ਜਿੰਨੀ ਕੁ ਮੈਂ ਤੁੱਛ ਸੇਵਾ ਕਰ ਸਕਦਾ, ਜਿੰਨੇ ਕੁ ਯੋਗਾ ਮੈਂ ਹੈਗਾ, ਮੈਂ ਉਸੇ ਟਾਈਮ ਉਹ ਆਪਣੀ ਜਿਹੜੀ ਪੈਨਸ਼ਨ ਸੀ ਉਸ ਖਾਤੇ, ਇਹ ਮਾਰਚ ਮਹੀਨੇ ਦੇ ਵਿੱਚ ਮੈਂ ਦੇ ਦਿੱਤੀ। ਪਰ ਮੇਰੀ ਇਹ ਬੇਨਤੀ ਹੈ ਸਾਰੇ ਲੋਕਾਂ ਨੂੰ, ਜਿਹੜੇ ਸਮਰਥ ਨੇ, ਜਿੰਨੀ ਕੁ ਮਦਦ ਕਰਨ ਦੇ ਸਮਰਥ ਨੇ, ਉਹ ਜ਼ਰੂਰ, ਅੱਜ ਸਾਡੀ ਸਟੇਟ ਨੂੰ ਲੋੜ ਹੈ, ਤੁਸੀਂ CM ਫੰਡ ਦੇ ਵਿੱਚ ਭੇਜੋ,
ਤੁਸੀਂ ਦੇਸ਼ ਨੂੰ ਲੋੜ ਆ, ਤੁਸੀਂ PM ਫੰਡ 'ਚ ਭੇਜੋ। ਤੁਹਾਡਾ ਜਿਹੜਾ ਇੱਕ ਇੱਕ ਇਹ ਭੇਜਣਾ, ਹੋ ਸਕਦਾ ਸਾਡੇ ਕਿਸੇ ਮਾਂ-ਬਾਪ, ਸਾਡੇ ਰਿਸ਼ਤੇਦਾਰ ਦੇ ਕੰਮ ਹੋਵੇ, ਉਹਨਾਂ ਨੇ ਵੈਂਟੀਲੇਟਰ ਲਾਉਣਾ ਹੋਵੇ, ਉਹ ਸਾਡੇ ਪੈਸਿਆਂ ਨਾਲੇ ਖਰੀਦਿਆ ਵੈਂਟੀਲੇਟਰ ਲੱਗੇ। ਸੋ ਇੱਕ ਤਾਂ ਮੇਰੀ ਇਹ ਬੇਨਤੀ ਇਹ ਹੈ। ਦੂਸਰਾ, ਜਿਹੜੀ ਇਹ ਗੱਲ ਜਿਹੜੀ ਹੋਈ ਸੀ, ਮੈਂ ਹੁਣ ਤੁਹਾਡੇ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੈਣਾ, ਮੈਂ ਸਿਰਫ ਆਪਣੀ ਉਸ ਮੇਨ ਗੱਲ ਦੇ ਉੱਤੇ ਆਉਣਾ। ਜਿਹੜੀ ਇਹ ਕਵਿਤਾ ਜਿਹੜੀ ਮੈਂ ਲਿਖੀ ਹੈ, ਇਹ ਨਜ਼ਮ ਜਿਹੜੀ, ਮੈਂ ਕੋਈ ਏਦਾਂ ਦੀ ਨਾ ਹੀ ਲਿਖਾਰੀ ਹਾਂ, ਨਾ ਮੈਂ ਕੋਈ ਐਸਾ ਆ, ਪਰ ਜਿੱਦਾਂ ਦੀਆਂ ਇਹ ਘਟਨਾਵਾਂ ਵਾਪਰੀਆਂ, ਇਹਨਾਂ ਨੂੰ ਦੇਖ ਕੇ ਜਿਹੜਾ ਮਨ ਬਹੁਤ ਰੋਇਆ। ਸੋ ਮੈਨੂੰ ਇਹ, ਮੈਂ ਆਪਣੀ ਕਲਮ ਚੱਕ ਕੇ ਜੋ ਮੈਂ ਲਿਖਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਨਾ ਮੈਂ ਕੋਈ ਸ਼ਾਇਰ ਵੇ ਯਾਰੋ, ਨਾ ਮੈਂ ਕੋਈ ਸ਼ਾਇਰ ਵੇ ਯਾਰੋ, ਨਾ ਮੈਂ ਗਜ਼ਲਾਂ ਲਿਖਦਾ, ਮੈਂ ਤਾਂ ਯਾਰੋ ਉਹੀਓ ਲਿਖਦਾ ਜੋ ਮੈਨੂੰ ਹੈ ਦਿਸਦਾ। ਜੋ ਮੈਨੂੰ ਨਜ਼ਰ ਆਇਆ ਮੈਂ ਉਹੀ ਲਿਖਿਆ। ਸੋ ਕਰੋਨਾ ਨਾਲ ਹੋਈ, ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ, ਕਿਸੇ ਦੇ ਉੱਤੇ ਕੋਈ ਉਹ ਨਹੀਂ ਕਰਦਾ, ਪਰ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਅਸੀਂ ਕਿਵੇਂ ਕਦਰਾਂ, ਅਸੀਂ ਕੱਲ ਨੂੰ ਕਿੱਥੇ ਅੱਖਾਂ ਮਿਲਾਵਾਂਗੇ। ਥੋੜੀ ਦੇਰ ਪਹਿਲਾਂ ਮੇਰੀ ਮਾਂ ਮਰੀ ਆ, ਜੇ ਉਹ ਜਿਉਂਦੀ ਹੁੰਦੀ ਉਹ ਕਹਿੰਦੀ ਵੀ ਐਸੇ ਦਿਨ ਵੀ ਮੈਂ ਦੇਖਣੇ ਸੀ ਵੀ ਮਾਵਾਂ ਨੂੰ ਜਿਹੜੇ ਪੁੱਤ ਲਾਂਬੂ ਲਾਉਣ ਤੋਂ ਇਨਕਾਰ ਕਰ, ਇੰਨਾ ਵੀ ਨਹੀਂ ਹੈ। ਜਿਹੜੇ ਲਾ ਰਹੇ ਨੇ ਉਹ ਵੀ ਤਾਂ ਕਿਸੇ ਦੇ ਪੁੱਤ ਨੇ, ਜਿਹੜੇ ਉੱਥੇ ਜਾ ਕੇ ਕੰਮ ਕਰ ਰਹੇ ਨੇ ਉਹ ਵੀ ਕਿਸੇ ਦੇ ਬੇਟੇ, ਉਹ ਵੀ ਕਿਸੇ ਦੇ ਬੇਟੇ ਨੇ। ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ, ਭਾਈ ਜੀਵਨ ਸਿੰਘ ਜੀ ਨੂੰ ਰੰਗਰੇਟਾ ਗੁਰੂ ਕਾ ਬੇਟਾ ਇਸ ਕਰਕੇ ਕਿਹਾ ਸੀ ਕਿਉਂਕਿ ਉਹਨਾਂ ਦੇ ਫਾਦਰ ਦੇ ਸ਼ਹੀਦ ਨੂੰ ਦਿੱਲੀ ਤੋਂ ਲਿਆ ਕੇ ਉਹਨਾਂ ਦੇ ਹਵਾਲੇ ਕੀਤਾ ਸੀ। ਸੋ ਉਹਨਾਂ ਨੇ ਉਹਨੂੰ ਬੇਟਾ ਕਿਹਾ। ਬੇਟਾ ਇਸ ਲਈ ਕਿਹਾ, ਬੇਟੇ ਉਹ ਵੀ ਸੀ, ਬਟ ਇਸ ਲਈ ਕਿਹਾ ਕਿਉਂਕਿ ਉਹਨਾਂ ਦਾ ਸ਼ੀਸ਼ ਲੈ ਕੇ ਆਇਆ ਸੀ। ਅਸੀਂ ਤਾਂ ਉਸ ਦੇਸ਼ ਦੇ ਵਾਸੀ ਹਾਂ, ਉਸ ਧਰਤੀ ਦੇ ਵਾਸੀ ਹਾਂ, ਔਰ ਅਸੀਂ ਕਿੱਧਰ ਜਾ ਰਹੇ ਹਾਂ। ਸੋ ਮੈਂ ਉਹਦੇ ਉੱਤੇ ਇੱਕ ਨਜ਼ਮ ਲਿਖੀ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਕਰੋਨਾ ਨਾਲ ਹੋਈ ਇੱਕ ਮਾਂ ਦੀ ਮੌਤ ਅਤੇ ਰਿਸ਼ਤਿਆਂ ਦੇ ਕਤਲ ਦੀ ਇਹ ਦਰਦ ਭਰੀ ਦਾਸਤਾਨ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਮਾਂ ਦੀ ਅਰਥੀ ਪਈ ਸੀ ਵਿਹੜੇ, ਮਾਂ ਦੀ ਅਰਥੀ ਪਈ ਸੀ ਵਿਹੜੇ, ਕੋਈ ਨਾ ਸੋਗ ਮਨਾਵਣ ਆਇਆ, ਕਿਸੇ ਨਾ ਘਰ ਵਿੱਚ ਦਰੀ ਵਿਛਾਈ, ਕਿਸੇ ਨਾ ਘਰ ਵਿੱਚ ਦਰੀ ਵਿਛਾਈ, ਕਿਸੇ ਨਾ ਮਾਂ ਨੂੰ ਥੱਲੇ ਲਾਇਆ। ਮੋਈ ਮਾਂ ਪਈ ਪੁੱਤ ਉਡੀਕੇ, ਮੋਈ ਮਾਂ ਪਈ ਪੁੱਤ ਢੀਕੇ, ਪਰ ਕੋਈ ਪੁੱਤ ਕੋਲ ਨਾ ਆਇਆ, ਕਿਸੇ ਨਾ ਰੋ ਰੋ ਗੱਲ ਪਕੜੀ ਪਾਈ। ਬੇਟੇ ਪਾਉਂਦੇ ਨੇ ਮਾਂ ਦੇ ਕਲਾਂ ਦੇ ਵਿੱਚ, ਕਿਸੇ ਨਾ ਰੋ ਮਨ, ਕਿਸੇ ਨਾ ਰੋ ਗੱਲ ਪਕੜੀ ਪਾਈ, ਕਿਸੇ ਨਾ ਪੈਰੀ ਹੱਥ ਸੀ ਲਾਇਆ, ਕਿਸੇ ਨਾ ਥੱਲੇ ਦੀਵਾ ਧਰਿਆ, ਕਿਸੇ ਨਾ ਗੰਗਾ ਜਲ ਪਿਲਾਇਆ। ਕਿਸੇ ਨਾ ਉਸਦੇ ਬਦਲੇ ਕੱਪੜੇ, ਕਿਸੇ ਨਾ ਮਾਂ ਨੂੰ ਆਣ ਨਵਾਇਆ, ਨਾ ਕੋਈ ਪੰਡਤ ਭਾਈ ਸੱਦਿਆ, ਨਾ ਕੋਈ ਪੰਡਤ ਭਾਈ ਸੱਦਿਆ, ਕਿਸੇ ਨਾ ਉਸਦੇ ਕਫਨ ਪਾਇਆ। ਹਸਪਤਾਲੋਂ ਕੁਝ ਫਰਿਸ਼ਤੇ ਆਏ, ਮਾਂ ਦਾ ਕਫਨ ਨਾਲ ਲਿਆਏ, ਕਿਸੇ ਨਾ ਮਾਂ ਦੇ ਦਰਸ਼ਨ ਕੀਤੇ, ਕਿਸੇ ਨਾ ਅਰਥੀ ਮੋਢਾ ਲਾਇਆ, ਕਿਸੇ ਨਾ ਅਰਥੀ ਦੀਵੇ ਬਾਲੇ। ਅਸੀਂ ਜਦੋਂ ਅਰਥੀ ਰੱਖਦੇ ਹਾਂ ਤਾਂ ਉਹਦੇ ਚਾਰ ਚਫੇਰੇ ਅਸੀਂ ਦੀਵਾ ਬਾਲਦੇ ਹਾਂ। ਕਿਸੇ ਨਾ ਅਰਥੀ ਦੀਵੇ ਬਾਲੇ, ਚਿਖਾ ਉੱਤੇ ਨਾ ਕਿਸੇ ਲਟਾਇਆ, ਕਿਸੇ ਨਾ ਹਵਨ ਸਮੱਗਰੀ ਪਾਈ, ਦੇਸੀ ਘਿਓ ਕਿਸੇ ਮੂੰਹ ਨਾ ਲਾਇਆ। ਸੇਵਿਆਂ ਦੇ ਵਿੱਚ ਚੁੱਪ ਸੀ ਵਰਤੀ, ਕਿਸੇ ਨਾ ਅਰਥੀ ਲਾਂਬੂ ਲਾਇਆ। ਦੂਰੋਂ ਬੈਠੇ ਪੁੱਤ ਸੀ ਵੇਖਣ, ਇੱਕ ਰਿਸ਼ਤਾ ਕੋਲ ਸੀ ਆਇਆ। ਦੂਰੋਂ ਬੈਠੇ ਪੁੱਤ ਸੀ ਵੇਖਣ, ਇੱਕ ਫਰਿਸ਼ਤਾ ਕੋਲ ਸੀ ਆਇਆ। ਲਾਣ ਲਗਾ ਜਦ ਲਾਂਬੂ ਵਰਤੀ, ਲਾਣ ਲਗਾ ਜਦੋਂ ਲਾਂਬੂ ਵਰਤੀ, ਮਾਂ ਦੀ ਰੂਹ ਨੇ ਤਰਲਾ ਪਾਇਆ। ਰੁਕ ਜੋ ਮੈਂ ਕੁਝ ਗੱਲ ਹੈ ਕਰਨੀ, ਰੁਕ ਜਾਓ ਮੈਂ ਕੁਝ ਗੱਲ ਹੀ ਕਰਨੀ। ਪੁੱਤਾਂ ਨੂੰ ਉਸ ਕੋਲ ਬੁਲਾਇਆ, ਮੈਂ ਤਾਂ ਤੁਹਾਡੀ ਆਪਣੀ ਮਾਂ ਹਾਂ, ਮੈਂ ਤਾਂ ਤੁਹਾਡੀ ਆਪਣੀ ਮਾਂ ਹਾਂ, ਮੈਂ ਤਾਂ ਤੁਹਾਡੀ ਠੰਡੜੀ ਛਾਂ ਹਾਂ। ਹਰ ਵੇਲੇ ਮੈਂ ਮੰਗ ਦੁਆਵਾਂ, ਦਿੱਤੀਆਂ ਸਨ ਮੈਂ ਠੰਡੀਆਂ ਛਾਵਾਂ। ਪਾਲ ਪੋਸ ਕੇ ਵੱਡਿਆਂ ਕੀਤਾ, ਗੋਦੀ ਵਿੱਚ ਮੈਂ ਆਪ ਖੜਾਇਆ। ਭੁੱਖੀ ਰਹਿ ਕੇ ਫਾਕੇ ਕੱਟ ਕੇ, ਭੁੱਖੀ ਰਹਿ ਕੇ ਫਾਕੇ ਕੱਟ ਕੇ, ਆਪਣੀ ਕੁੱਖ ਦਾ ਦੁੱਧ ਪਿਆਇਆ। ਪਰ ਕੋਈ ਪੁੱਤ ਕੋਲ ਨਾ ਆਇਆ, ਪੁੱਤਾਂ ਨੂੰ ਮਾਂ ਤਰਲਾ ਪਾਇਆ, ਪੁੱਤਾਂ ਨੂੰ ਮਾਂ ਤਰਲਾ ਪਾਇਆ, ਪਰ ਕੋਈ ਪੁੱਤ ਕੋਲ ਨਾ ਆਇਆ। ਇਹ ਸਭ ਵੇਖ ਸੀ ਕੁਦਰਤ ਰੋਈ, ਇਹ ਸਭ ਵੇਖ ਸੀ ਕੁਦਰਤ ਰੋਈ। ਰੋਇਆ ਚੰਨ ਤੇ ਸੂਰਜ ਰੋਇਆ,
ਪਾਪਾ ਵੈਣ ਸੀ ਕਲੀਆਂ ਰੋਈਆਂ, ਪਾਪਾ ਵੈਣ ਸੀ ਕਲੀਆਂ ਰੋਈਆਂ, ਹਰ ਫੁੱਲ ਹੋਕੇ ਭਰ ਭਰ ਰੋਇਆ, ਘਰ ਦੀਆਂ ਕੰਧਾਂ ਰੋਈਆਂ ਉੱਚੀ 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 ਵਿਹੜਾ ਰੋਇਆ, ਭੁੱਬਾਂ ਮਾਰ ਸੀ ਧਰਤੀ ਰੋਈ, ਭੁੱਬਾਂ ਮਾਰ ਸੀ ਧਰਤੀ ਰੋਈ, ਅੰਬਰ ਵੀ ਸੀ ਫੁੱਟ ਫੁੱਟ ਰੋਇਆ, ਮਾਂ ਦੀ ਰੂਹ ਬੜੀ ਸੀ ਰੋਈ, ਮਾਂ ਦੀ ਰੂਹ ਬੜੀ ਸੀ ਰੋਈ, ਮਨੁੱਖਤਾ ਸ਼ਰਮਸ਼ਾਰ ਸੀ ਹੋਈ, ਮਾਂ ਨੂੰ ਇੱਕ ਮਲਾਲ ਹੈ ਲੋਕੋ, ਮਾਂ ਨੂੰ ਇੱਕ ਮਲਾਲ ਹੈ ਲੋਕੋ, ਮਾਂ ਦਾ ਇੱਕ ਸਵਾਲ ਹੈ ਲੋਕੋ, ਬਾਬੇ ਨਾਨਕ ਦੀ ਇਹ ਧਰਤੀ, ਬਾਬੇ ਨਾਨਕ ਦੀ ਇਹ ਧਰਤੀ, ਰਿਸ਼ੀਆਂ ਮੁਨੀਆਂ ਦੀ ਇਹ ਧਰਤੀ, ਸਰਵਣ ਪੁੱਤ ਵੀ ਇਸ ਧਰਤੀ ਦਾ, ਸਰਵਣ ਪੁੱਤ ਵੀ ਇਸ ਧਰਤੀ ਦਾ, ਫੇਰ ਕਿਉਂ ਰੋਲੀ ਮਾਂ ਦੀ ਅਰਥੀ, ਫੇਰ ਕਿਉਂ ਰੋਲੀ ਮਾਂ ਦੀ ਅਰਥੀ। ਤੁਸੀਂ ਵੀ ਪੁੱਤਰ ਇਸ ਧਰਤੀ ਦੇ, ਤੁਸੀਂ ਵੀ ਪੁੱਤਰ ਇਸ ਧਰਤੀ ਦੇ, ਅੱਖ ਅਕਲ ਦੀ ਖੋਲੋਗੇ, ਮਾਂ ਲੋਕਾਂ ਨੂੰ ਕਹਿ ਰਹੀ ਆ, ਤੁਸੀਂ ਵੀ ਪੁੱਤਰ ਇਸ ਧਰਤੀ ਦੇ, ਅੱਖ ਅਕਲ ਦੀ ਖੋਲੋਗੇ, ਮਾਂ ਬਾਪ ਦੇ ਰਿਸ਼ਤੇ ਵਾਲਾ ਕੋਈ ਤਾਂ ਵਰਕਾ ਫੋਲੋਵੇ, ਕੋਈ ਤਾਂ ਵਰਕਾ ਫੋਲੋਵੇ। ਸੋ ਮੈਂ ਇਹ ਨਜ਼ਮ ਜਿਹੜੀ ਹੈ ਇਹ ਮਾਂ ਨੂੰ, ਉਸ ਮਾਂ ਦੀ ਇੱਕ ਐਸੀ ਉਹਦੀ ਵਿਥਿਆ ਜਿਹਨੂੰ ਮਾਵਾਂ ਉਸ ਉਹਦੇ ਪੁੱਤਾਂ ਨੂੰ ਡਾਕਟਰਾਂ ਨੇ ਇਹ ਵੀ ਕਿਹਾ ਵੀ 10 ਫੁੱਟ ਦੇ ਬਾਂਸ ਦੇ ਉੱਤੇ ਅਸੀਂ ਬੰਨ ਦਿੰਦੇ ਹਾਂ ਤੇ ਤੁਸੀਂ ਉਹ ਪਰ ਉਹ ਨਹੀਂ ਲਾ ਸਕੇ। ਮੈਂ ਬਲੇਮ ਨਹੀਂ ਕਰਦਾ, ਪਰ ਕਿਸੇ ਤਾਂ ਮਾਂ ਦੇ ਪੁੱਤ ਨੇ ਲਾਂਬੂ ਲਾਇਆ, ਅਸਲ ਪੁੱਤ ਤਾਂ ਉਹ ਨੇ ਜਿਹੜੇ ਉਹ ਲੜਾਈ ਲੜ ਰਹੇ ਨੇ। ਸੋ ਮੈਂ ਅੱਜ ਦੇ ਇਸ ਦੌਰ ਦੇ ਵਿੱਚ ਉਹ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਆਪਾਂ ਇਹ ਠੀਕ ਆ, ਔਖਾ ਸਮਾਂ ਹੈ, ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਜੇ ਤੁਸੀਂ ਕੱਲ ਦਾ ਜੇ ਤੁਸੀਂ ਪੜ੍ਹੋ ਆਪਣੇ ਤਖਤ ਸ੍ਰੀ ਆਪਣੇ ਅੰਮ੍ਰਿਤਸਰ ਤੋਂ ਇੱਕ ਬਿਆਨ ਆ ਰਿਹਾ ਸੀ ਆਪਣੇ ਜਥੇਦਾਰ ਜੀ ਦਾ, ਜਿਹਦੇ ਚ ਉਹਨੇ ਕਿਹਾ ਸੀ ਵੀ ਬਾਕੀ ਕਿਸੇ ਵੀ ਜਗ੍ਹਾ ਤੇ ਕੁਝ ਹੋਵੇ ਪਰ ਜਿਹੜੀ ਸਾਡੀ ਪੰਜਾਬ ਦੀ ਧਰਤੀ ਆ ਉਹ ਐਸੀ ਨਹੀਂ ਆ ਵੀ ਅਸੀਂ ਕਦਰਾਂ ਕੀਮਤਾਂ ਨੂੰ ਭੁੱਲ ਜਾਈਏ, ਅਸੀਂ ਆਪਣੇ ਲੋਕਾਂ ਨੂੰ ਭੁੱਲ ਜਾਈਏ। ਸੋ ਕੱਲ ਨੂੰ ਅਸੀਂ ਜਿਹਦੇ ਨਾਲ ਅਸੀਂ ਆਖਣ ਇਹਦੇ ਸਾਰੀ ਜ਼ਿੰਦਗੀ ਸਾਡੀ ਆਤਮਾ ਸਾਨੂੰ ਕਚੋਟ ਮਾਰ ਦੇਗੀ ਵੀ ਅਸੀਂ ਆਪਣੇ ਬਾਪ ਦੀ ਅਰਥੀ ਨਾਲ ਕੀ ਕੀਤਾ, ਅਸੀਂ ਆਪਣੀ ਮਾਂ ਦੀ ਅਰਥੀ ਨਾਲ ਕੀ ਕੀਤਾ। ਸੋ ਮੇਰੀ ਬੇਨਤੀ ਹੈ ਵੀ ਔਖਾ ਹੀ ਘੜੀ ਇਹ ਟਲ ਜਾਏਗੀ, ਇਹ ਚਲੀ ਜਾਏਗੀ, ਪਰ ਅਸੀਂ ਆਪਣੀ ਕਦਰਾਂ ਕੀਮਤਾਂ ਨੂੰ ਕਾਇਮ ਰੱਖੀਏ। ਔਰ ਇਹਦੇ ਨਾਲ ਨਾਲ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਵੀ ਇਹ ਜਿਹੜੀ ਬਿਮਾਰੀ ਹੈ ਕੋਈ ਮਾਂ ਕੋਈ ਆਪਣੇ ਆਪ ਨਹੀਂ ਹੋਗੀ, ਕਿਸੇ ਨਾ ਕਿਸੇ ਦੀ ਕਿਸੇ ਗਲਤੀ ਨਾਲ ਉਹ ਜਿਹੜੀ ਮਾਂ ਨੂੰ ਕਰੋਨਾ ਹੋਇਆ। ਸੋ ਅਸੀਂ ਬਾਹਰ ਨਾ ਲੋਕਡਾਊਨ ਦੀ ਪਾਲਣਾ ਕਰੀਏ, ਅਸੀਂ ਬਾਹਰੋਂ ਬਿਮਾਰੀ ਲਿਆ ਕੇ ਆਪਣੇ ਪਰਿਵਾਰਾਂ ਨੂੰ ਆਪਾਂ ਬੱਚਿਆਂ ਨੂੰ ਨਾ ਵਟੀਏ। ਸੋ ਮੇਰੀ ਇਹ ਹੀ ਬੇਨਤੀ ਆ। ਇੱਕ ਵਾਰ ਫਿਰ ਮੈਂ ਪਨੀਰ ਜੀ ਤੁਹਾਡਾ ਔਰ ਤੁਹਾਡੇ ਸਾਰੇ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਮੇਰੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਲੋਕਾਂ ਤੱਕ। ਜੀ ਮੈਂ ਇਹੀ ਕਹਿਣਾ ਚਾਹੁੰਦੀ ਸੀ ਸਰ ਕਿ ਜਿਹੜੀਆਂ ਭਾਵਨਾਵਾਂ ਦਿਲ ਤੇ ਜਦੋਂ ਕੋਈ ਬਹੁਤ ਸੋਹਣਾ ਲਿਖਦਾ ਹੈ ਤੇ ਵਾਹ ਕਰਨ ਦਾ ਦਿਲ ਕਰਦਾ ਹੈ, ਪਰ ਇੱਥੇ ਵਾਹ ਵਾਲੀ ਸਥਿਤੀ ਤਾਂ ਹੈ ਨਹੀਂ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀਆਂ ਭਾਵਨਾਵਾਂ ਤੁਸੀਂ ਜ਼ਾਹਿਰ ਕੀਤੀਆਂ ਹੈਗੀਆਂ ਉਸ ਦੇ ਵਿੱਚ ਮਤਲਬ ਇੰਨਾ ਦਰਦ ਹੈ ਤੇ ਉਸ ਦੇ ਵਿੱਚ ਇੰਨੀ ਸੱਚਾਈ ਹੈ ਕਿ ਜੇ ਇਹਨੂੰ ਕੋਈ ਵੀ ਸੁਣੇਗਾ ਤੇ ਜਿਸਨੇ ਅਜਿਹਾ ਕੀਤਾ ਹੋਏਗਾ ਉਹ ਉਸਨੂੰ ਵੀ ਇਹ ਗੱਲ ਜਿਹੜੀ ਹੈ ਉਹ ਜ਼ਰੂਰ ਲੱਗੇਗੀ ਕਿ ਅਸੀਂ ਜੇ ਇਹ ਅਜਿਹਾ ਕੀਤਾ ਤੇ ਕੀਤਾ ਹੀ ਕਿਉਂ, ਮਤਲਬ ਉਸਨੂੰ ਆਪਣੇ ਆਪ ਤੇ ਸ਼ਰਮ ਜਿਹੜੀ ਹੈ ਜ਼ਰੂਰ ਆਏਗੀ। ਸਰ ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦੀ ਸੀਗੀ, ਮੈਂ ਜਿਹੜੇ ਵੀ ਕੋਈ ਪੁਲਿਸ ਅਫੀਸ਼ੀਅਲ ਨਾਲ ਇੰਟਰਵਿਊ ਇਸ ਵਕਤ ਤੇ ਕਰ ਰਹੀ ਹਾਂ, ਚਾਹੇ ਉਹ ਫਿਲਹਾਲ ਡਿਊਟੀ ਤੇ ਨੇ ਜਾਂ ਫਿਰ ਉਹ ਰਿਟਾਇਰਡ ਨੇ ਜਾਂ ਮੈਂ ਪੁਲਿਸ ਮਹਿਕਮੇ ਨਾਲ ਜੁੜੇ ਕਿਸੇ ਨਾਲ ਵੀ ਇੰਟਰਵਿਊ ਕਰ ਰਹੀ ਹਾਂ, ਮੈਂ ਇਹ ਜ਼ਰੂਰ ਪੁੱਛ ਰਹੀ ਹਾਂ ਕਿ ਜਿਹੜਾ ਪੁਲਿਸ ਦਾ ਬਦਲਿਆ ਜਿਹਾ ਰੂਪ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈਗਾ। ਚਲੋ ਸਖਤੀ ਰੱਖਣੀ ਜ਼ਰੂਰੀ ਆ, ਹਾਲਾਂਕਿ ਮੁੱਖ ਮੰਤਰੀ ਵੱਲੋਂ ਵੀ ਡੀਜੀਪੀ ਸਾਹਿਬ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਆ ਕਿ ਉਸ ਪਹਿਲੀ ਜਿਵੇਂ ਇਨੀਸ਼ੀਅਲ ਡੇਜ਼ ਦੇ ਵਿੱਚ ਸਖਤੀ ਸੀਗੀ, ਡੰਡਾ ਚੱਲ ਰਿਹਾ ਸੀ, ਉਸ ਤਰ੍ਹਾਂ ਨਹੀਂ ਚੱਲੇਗਾ। ਪਰ ਫਿਰ ਵੀ ਸਖਤੀ ਜਿਹੜੀ ਹੈ ਉਹ ਰੱਖਣੀ ਜ਼ਰੂਰੀ ਹੈ। ਜੇ ਲੋਕਾਂ ਨੂੰ ਸਮਝਾਉਣਾ ਹੈ ਤਾਂ ਸਖਤੀ ਰੱਖਣੀ ਜ਼ਰੂਰੀ ਹੈ। ਪਰ ਅਜਿਹੇ ਵਿੱਚ ਜੇ ਘਰ ਦਾ ਦੁੱਧ ਮੁੱਕ ਜਾਂਦਾ ਤੇ ਅੱਜ ਦੀ ਤਰੀਕ ਦੇ ਵਿੱਚ ਘਰ ਦਾ ਜੀ ਪੁਲਿਸ ਵਾਲੇ ਨੂੰ ਕਹਿਣ ਨੂੰ ਗੁਰੇਜ਼ ਨਹੀਂ ਕਰਦਾ ਵੀ ਸਾਡਾ ਦੁੱਧ ਮੁੱਕ ਗਿਆ, ਤੁਸੀਂ ਇਹ ਫੜਾ ਦੋਗੇ, ਵੀ ਤੁਸੀਂ ਇਹ ਸਬਜ਼ੀ ਵਾਲਾ ਆਹ ਭੇਜ ਦੋਗੇ। ਇਸ ਦਾ ਜਨਮ ਦਿਨ ਹੁੰਦਾ, ਉੱਥੇ ਕੇਕ ਲੈ ਕੇ ਜਾ ਰਹੇ ਨੇ। ਸੋ ਬਿਲਕੁਲ ਵੱਖਰਾ ਚਿਹਰਾ ਪੁਲਿਸ ਦਾ ਵੇਖਣ ਨੂੰ ਮਿਲ ਰਿਹਾ। ਮੈਂ ਪਹਿਲਾਂ ਹੀ ਤੁਹਾਨੂੰ ਇਹ ਗੱਲ ਕਹੀ ਸੀ ਵੀ ਇਹ ਕਰੋਨਾ ਦੀ ਬਿਮਾਰੀ ਤੋਂ ਬਾਅਦ ਤੁਸੀਂ ਇੱਕ ਬਹੁਤ ਸਾਰਾ ਕੁਝ ਬਦਲਿਆ ਦੇਖੋਗੇ। ਅੱਜ ਜਿਹੜੇ ਪੁਲਿਸ ਹੈ ਇਹ ਅਗਰ ਮੈਂ ਲਫ਼ਜ਼ ਜਿਹੜਾ ਪਹਿਲਾਂ ਯੂਜ਼ ਕੀਤਾ ਸੀ ਦੇਵਦੂਤ, ਦੇਵਦੂਤਾਂ ਦੇ ਰੂਪ ਦੇ ਵਿੱਚ ਸਾਡੇ ਵਿੱਚ ਆ। ਕਿਤੇ ਨਾ ਕਿਤੇ ਅਸੀਂ ਮਜਬੂਰ ਕਰਦੇ ਹਾਂ ਕੁਝ ਉਹਨਾਂ ਨੂੰ ਸਖਤੀ ਕਰਨ ਲਈ ਜੀ। ਉਹ ਤਾਂ ਸਾਡੇ ਲਈ ਨੇ, ਸਾਡੀ ਜਾਨ ਬਚਾਉਣ ਲਈ ਨੇ, ਉਹ ਸਾਡੀ ਖਾਤਰ ਲੜਾਈ ਲੜ ਰਹੇ ਨੇ।
ਆਪ ਉਹਨਾਂ ਨੇ ਆਪਣੀ ਜਾਨ ਜੋਖਮ ਤੇ ਪਾਈ ਹੈ ਤੇ ਸਬੂਤ ਤੁਹਾਡੇ ਸਾਹਮਣੇ ਏਸੀਪੀ ਕੋਹਲੀ ਦਾ ਹੈ, ਸਾਡੇ ਕਈ ਅਫਸਰ ਜਿਹੜੇ ਹਜੇ ਹਸਪੀਟਲਾਂ 'ਚ ਪਏ ਨੇ। ਸੋ ਅਸੀਂ ਤਾਂ ਉਹਨਾਂ ਨੂੰ ਉਹਨਾਂ ਦੀ ਇਹ ਸਾਡੇ ਲੋਕਾਂ ਦਾ ਫਰਜ਼ ਬਣਦਾ, ਵੀ ਸ਼ੁੱਡ ਰਿਸਪੈਕਟ them, ਵੀ ਸ਼ੁੱਡ ਸਲੂਟ them, ਵੀ ਸਾਨੂੰ ਇਸ ਔਖੀ ਘੜੀ ਦੇ ਵਿੱਚ ਸਾਨੂੰ ਬਚਾਉਣ ਦੀ ਖਾਤਰ ਉਹ ਸੜਕਾਂ ਦੇ ਉੱਤੇ ਚੱਲ ਰਹੇ ਨੇ। ਕਿਉਂਕਿ ਇਹ ਜਿਹੜੀ ਬਿਮਾਰੀ ਹੈ, ਇਹ ਜਿਹੜਾ ਦੁਸ਼ਮਣ ਹੈ, ਨਾ ਤਾਂ ਇਹਦਾ ਕੋਈ ਰੰਗ ਹੈ, ਨਾ ਕੋਈ ਰੂਪ ਹੈ, ਨਾ ਇਹਦਾ ਕੋਈ ਭੇਸ ਹੈ, ਜਿਹੜਾ ਜੇ ਅਸੀਂ ਕਹੀ ਵੀ ਅਸੀਂ ਸਾਹਮਣੇ ਦੁਸ਼ਮਣ ਨੂੰ ਅਸੀਂ ਦੇਖ ਲਾਂਗੇ। ਇਹ ਤਾਂ ਇਸ ਤਰ੍ਹਾਂ ਤੁਰਿਆ ਫਿਰ, ਜਿੰਨੀ ਦੇਰ ਅਸੀਂ ਨੂੰ ਛੇੜਦੇ ਨਹੀਂ, ਅਸੀਂ ਜਿੰਨੀ ਦੇਰ ਬਾਹਰ ਜਾ ਕੇ ਅਸੀਂ ਉਹ ਕਰਦੇ ਨਹੀਂ, ਉਨੀ ਦੇਰ ਮੈਂ ਪਹਿਲਾਂ ਤੁਹਾਨੂੰ ਕਿਹਾ ਇਹ ਸਾਡੇ ਘਰ ਨਹੀਂ ਆਏਗਾ। ਸਾਡੇ ਘਰ 'ਚ ਉਦੋਂ ਹੀ ਆਏਗਾ ਜਦੋਂ ਅਸੀਂ ਲੈਣ ਅਸੀਂ ਜਾਵਾਂਗੇ ਬਾਹਰੋਂ। ਸੋ ਜਿਹੜੀ ਪੁਲਿਸ ਹੈ ਅੱਜ ਦੇਵਦੂਤ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਪਹਿਲਾਂ ਵੀ ਇਸੇ ਤਰ੍ਹਾਂ ਕਿਤੇ ਨਾ ਕਿਤੇ ਜਿਹੜੇ ਕੁਝ ਲੋਕ ਹੁੰਦੇ ਨੇ ਜਿਹੜੇ ਜਾਣ ਬੁੱਝ ਕੇ, ਜਿਨ੍ਹਾਂ ਦਾ ਇੱਕ ਮਨਸ਼ਾ ਹੀ ਆ ਵੀ ਅਸੀਂ ਇਹ ਕਾਨੂੰਨ ਨੂੰ ਤੋੜਨਾ ਹੀ ਤੋੜਨਾ, ਅਸੀਂ ਆਪਣੇ ਆਪ ਨੂੰ ਇਹ ਸਾਬਤ ਹੀ ਕਰਨਾ। ਅਗਰ ਅਸੀਂ ਉਹਨਾਂ ਦੇ ਲਈ ਵੀ ਸਖਤੀ ਨਾ ਵਰਤੀਏ ਫਿਰ ਤਾਂ ਪੁਨੀਤ ਜੀ, ਅਗਰ ਪੁਲਿਸ ਦਾ ਡਰ ਹੀ ਖਤਮ ਹੋ ਜਾਵੇ ਤਾਂ ਫਿਰ ਜਿਹਦਾ ਦਿਲ ਕਰੇ ਉਹ ਜਿਹੜੇ ਮਰਜ਼ੀ ਬੰਦੇ ਨੂੰ ਜਦੋਂ ਮਰਜ਼ੀ ਫੜ ਲਵੇ। ਜੇ ਕਿਸੇ ਨੂੰ ਜੇ ਕਿਤੇ ਕਿਸੇ ਬੰਦੇ ਵਗੈਰਾ ਤਾਂ ਜਿਹਦਾ ਮਰਜ਼ੀ ਦਿਲ ਕਰਦਾ ਪੇਜ ਖੋਲ ਕੇ ਉਹਦਾ ਉਹ ਅੰਗ ਲਾ ਕੇ ਲੈ ਜਾਂਦਾ। ਇਹ ਪੁਲਿਸ ਹੀ ਹੈ ਜਿਹਦਾ ਇੱਕ ਡਰ ਹੈ, ਔਰ ਡਰ ਰਹਿਣਾ ਬੜਾ ਜ਼ਰੂਰੀ ਹੈ। ਤਾਂ ਹੀ ਅਸੀਂ ਜਿਹੜੇ ਆਮ ਜਿਹੜੇ ਸ਼ਹਿਰੀ ਨੇ, ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਸ਼ਹਿਰੀ ਨੇ, ਤਾਂ ਹੀ ਉਹ ਸੁਰੱਖਿਅਤ ਔਰ ਤਾਂ ਹੀ ਉਹ ਆਰਾਮ ਨਾਲ ਰਹਿ ਸਕਣਗੇ। ਜੇ ਜਿਹੜੇ ਇਹ ਦੇਸ਼ ਵਿਰੋਧੀ ਨੇ ਜਾਂ ਇਹ ਜਿਹੜੇ ਇਦਾਂ ਦੇ ਗੁੰਡਾ ਅਨਸਰ ਨੇ, ਅਗਰ ਉਹਨਾਂ ਨੂੰ ਪੁਲਿਸ ਦਾ ਡਰ ਨਾ ਹੋਵੇ ਤਾਂ ਇਹ ਦੂਜੇ ਲੋਕਾਂ ਨੂੰ ਜੀਉਣ ਨਾ ਦਿਓ। ਸੋ ਪੁਲਿਸ ਦਾ ਡਰ ਰਹਿਣਾ ਵੀ ਜ਼ਰੂਰੀ ਹੈ। ਬਟ ਅੱਜ ਜਿਹੜੀ ਪੁਲਿਸ ਦਾ ਰੂਪ ਹੈ ਉਹ ਬਿਲਕੁਲ ਦੇਵਦੂਤ ਵਾਲਾ, ਉਹ ਫਰਿਸ਼ਤਿਆਂ ਵਾਲਾ ਰੂਪ ਹੈ। ਜਿਹੜਾ ਮੈਂ ਮਾਂ ਦੀ ਉਹਦੇ ਵਿੱਚ ਮੈਂ ਕਿਹਾ ਸੀ ਵੀ ਹਸਪਤਾਲੋਂ ਕੁਝ ਫਰਿਸ਼ਤੇ ਆਏ। ਫਰਿਸ਼ਤੇ ਏਦਾਂ ਨਹੀਂ, ਅੱਜ ਕਿਤੇ ਵੀ ਕੋਈ ਡੈੱਡ ਬੋਡੀ ਪਈ ਹੁੰਦੀ ਹੈ ਹਸਪੀਟਲ ਤੋਂ ਡਾਕਟਰ ਨਰਸਾਂ ਔਰ ਨਾਲ ਉਹਨਾਂ ਦੇ ਪੁਲਿਸ ਆਉਂਦੀ ਹੈ, ਉਹੀ ਡੈੱਡ ਬੋਡੀ ਨੂੰ ਲੈ ਕੇ ਜਾ ਰਹੇ ਨੇ। ਸੋ ਮੈਂ ਇਹ ਜਿਹੜੇ ਅੱਜ ਜਿਹੜੀ ਪੁਲਿਸ ਦਾ ਜਿਹੜਾ ਚਿਹਰਾ, ਜਿਹੜਾ ਤੁਸੀਂ ਪਨੀਤ ਜੀ ਕਿਹਾ, ਇਹ ਚਿਹਰਾ ਪਹਿਲਾਂ ਤੋਂ ਹੀ ਇਸੇ ਤਰ੍ਹਾਂ, ਪਰ ਸਾਡੇ ਜਿਹੜੇ ਕੁਝ ਲੋਕ ਨੇ ਉਹ ਚਿਹਰੇ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ। ਅੱਜ ਤੁਹਾਡੇ ਸਾਹਮਣੇ ਉਹੀ ਪੁਲਿਸ ਹੈ, ਉਹੀ ਸਾਰੇ ਅਫਸਰ ਨੇ, ਉਹੀ ਮੁਲਾਜ਼ਮ ਨੇ, ਅੱਜ ਦੇਵਦੂਤ ਦੀ ਤਰ੍ਹਾਂ ਕੰਮ ਕਰ ਰਹੇ ਨੇ। ਅੱਜ ਲੋਕਾਂ ਦੇ ਘਰਾਂ 'ਚ ਲੰਗਰ ਵੰਡ ਰਹੇ ਨੇ, ਦੁੱਧ ਦੇ ਰਹੇ ਨੇ, ਦਵਾਈਆਂ ਦੇ ਰਹੇ ਨੇ। ਮੇਰੇ ਸਾਹਮਣੇ ਲੇਡੀ ਰਹਿੰਦੀ ਆ, ਉਹਦਾ ਹਸਬੈਂਡ CMC 'ਚੋਂ ਆਇਆ ਸੀ, ਸਾਡੇ ਕੋਲ ਬਾਬਾ ਜੀ ਆ ASI, ਉਹਨਾਂ ਨੂੰ ਮੈਂ ਫੋਨ ਕੀਤਾ, ਸਪੈਸ਼ਲ ਉਹ CMC 'ਚੋਂ ਲਿਆ ਕੇ ਉਹਨਾਂ ਨੇ ਉਹ ਦਵਾਈਆਂ ਦੇ ਕੇ ਗਏ। ਸੋ ਅੱਜ ਉਹ ਦੇਵਦੂਤ ਨੇ ਸਾਡੇ ਲਈ। ਸੋ ਵੀ ਸ਼ੁੱਡ ਰਿਸਪੈਕਟ them, ਵੀ ਸ਼ੁੱਡ ਸਲੂਟ them। ਜੀ ਤੁਸੀਂ ਆਪਣਾ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪ ਦਾ ਧਿਆਨ ਰੱਖੋ, ਪਰਿਵਾਰ ਦਾ ਧਿਆਨ ਰੱਖੋ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।